ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਦੇਹਰਾਦੂਨ ਦੀ ਨੰਦਾ ਚੌਂਕੀ। ਦੇਹਰਾਦੂਨ ਸ਼ਹਿਰ ਤੋਂ 5 ਮੀਲ ਪੱਛਮ ਵੱਲ ਟੋਸ ਨਾਮ ਦੀ ਪਹਾੜੀ ਨਦੀ ਦੇ ਪਾਰ ਚਕਰਾਤਾ ਵਾਲੀ ਸੜਕ ਤੇ ਇੱਕ ਪੁਰਾਣੀ ਪਰ ਚੋਖੀ ਵੱਡੀ ਕੋਠੀ ਸੀ। ਇਸ ਦੇ ਨਾਲ ਲੱਗਦਾ ਬਾਗ ਵੀ ਹੈ ਸੀ। ਇਸ ਦੀ ਮਾਲਕਨ ਇੱਕ ਅਗਰਵਾਲ ਬਾਣੀਏ ਦੀ ਵਿਧਵਾ ਸੀ, ਜਿਸ ਦੀਆਂ 2 ਲੜਕੀਆਂ ਵਾਰਸ ਸਨ। ਇਹਨਾਂ ਵਿੱਚੋਂ ਇੱਕ ਕਰਨਾਲ ਵਿਆਹੀ ਹੋਈ ਸੀ ਤੇ ਦੂਜੀ, ਜਿਸ ਨੂੰ ਨੰਨੀ ਕਰਕੇ ਬੁਲਾਉਂਦੇ ਸਨ, ਹਾਲੀ ਕੁਆਰੀ ਸੀ। ਪਰ ਉਹ ਕਿਸ਼ਨ ਮਹਾਰਾਜ ਦੀ ਭਗਤੀ ਵਿੱਚ ਹੀ ਮਗਨ ਰਹਿੰਦੀ। ਬਾਲਕ ਕ੍ਰਿਸ਼ਨ ਦੀ ਮੂਰਤੀ ਰੱਖਣੀ, ਉਸਨੂੰ ਭੋਗ ਲਵਾਉਣਾ ਤੇ ਉਹਨਾਂ ਦੇ ਪ੍ਰੇਮ ਵੈਰਾਗ ਵਿੱਚ ਰਹਿਣਾ। ਕਿਸੇ ਪੁਰਾਣੇ ਸੰਸਕਾਰਾਂ ਦੇ ਕਾਰਨ ਇਸ ਪਰਿਵਾਰ ਦੇ ਭਾਗ ਜਾਗ ਉੱਠੇ। ਸਰਦਾਰ ਗੁਰਦਿਆਲ ਸਿੰਘ ਦੀ ਬੇਨਤੀ ਪਰ ਬਾਬਾ ਜੀ ਦੇਹਰਾਦੂਨ ਆ ਤਾਂ ਪੁੱਜੇ, ਪਰ ਠਹਿਰਨ ਲਈ ਉਚਿਤ ਥਾਂ ਦਾ ਲੱਭਣ ਦਾ ਪ੍ਰਸ਼ਨ ਪੈਦਾ ਹੋ ਗਿਆ। ਜਿਵੇਂ ਕਿ ਸਰਦਾਰ ਅਮਰ ਸਿੰਘ ਜੀ ਦੀ ਹੱਡ ਬੀਤੀ 304 ਵਿੱਚ ਆਇਆ ਹੈ, ਕਈ ਕੋਠੀਆਂ ਵੇਖਣ ਉਪਰੰਤ ਇਸ ਨੂੰ ਹੀ ਪਸੰਦ ਕੀਤਾ ਗਿਆ, ਜੋ ਮਾਲਕਨ ਨੇ ਬਿਨਾਂ ਕਿਰਾਏ 5-6 ਮਹੀਨਿਆਂ ਲਈ ਦੇਣੀ ਮਨਜ਼ੂਰ ਕਰ ਲਈ। ਇਸ ਪ੍ਰਬੰਧ ਤੇ ਬਾਬਾ ਜੀ ਵੱਲੋਂ ਇਸ ਦੀ ਪ੍ਰਵਾਨਗੀ ਪਿੱਛੇ ਵੀ ਕੋਈ ਅਗੰਮੀ ਕਾਰਨ ਜਾਪਦਾ ਸੀ, ਕਿਉਂਕਿ ਬਾਬਾ ਜੀ ਨੇ ਇਸ ਸੰਗੀ ਨੂੰ ਇਹ ਫਰਮਾਇਆ ਕਿ ਦੇਹਰਾਦੂਨ ਵਿੱਚ ਜੰਗੀ ਕੈਦੀ ਦੁਖੀ ਹਨ, ਇਸ ਲਈ ਸਾਡੀ ਡਿਊਟੀ ਦੇਹਰਾਦੂਨ ਲੱਗੀ ਹੈ। ਇੱਕ ਪਾਸੇ ਹੀ ਲੜਾਈ ਦੇ ਕਾਰਨ ਅੰਗਰੇਜ਼ਾਂ ਨੇ ਇੱਕ ਕੈਂਪ ਬਣਾਇਆ ਹੋਇਆ ਸੀ। ਇਸ ਵਿੱਚ 1500 ਦੇ ਲਗਭਗ ਜਰਮਨੀ ਤੇ ਇਟਲੀ ਦੇ ਕੈਦੀ ਡੱਕੇ ਰਹਿੰਦੇ ਸਨ। ਉਹਨਾਂ ਨੂੰ 50 ਤੋਂ 75 ਤੱਕ ਦਾ ਜੱਥਾ ਬਣਾ ਕੇ ਹਰ ਰੋਜ਼ ਬਾਹਰ ਫਿਰਨ ਤੁਰਨ ਦੀ ਆਗਿਆ ਹੁੰਦੀ। ਉਹ ਰਾਸ਼ਨ ਪਾਣੀ ਨਾਲ ਲੈ ਜੰਗਲ ਵਿੱਚ ਚਲੇ ਜਾਂਦੇ ਤੇ ਸਾਰਾ ਦਿਨ ਭੋ ਪਾ ਕੇ ਸ਼ਾਮ ਨੂੰ 5 ਵਜੇ ਵਾਪਸ ਕੈਂਪ ਵਿੱਚ ਆ ਜਾਂਦੇ। ਸਰਦਾਰ ਅਵਤਾਰ ਸਿੰਘ ਜੀ ਦੀ ਜਵਾਨੀ। ਇੱਕ ਦਿਨ ਮੈਂ ਜੰਗ ਵਿੱਚ ਦਵਾਈ ਲਈ ਜੰਗਲੀ ਭੰਗ ਦੀਆਂ ਪੱਤੀਆਂ ਇਕੱਠੀਆਂ ਕਰ ਰਿਹਾ ਸਾਂ ਕਿ ਸਮਿਥ ਨਾਮੇ ਇੱਕ ਜਰਮਨ ਟੁੱਟੀ ਫੁੱਟੀ ਹਿੰਦੁਸਤਾਨੀ ਵਿੱਚ ਮੈਥੋਂ ਆਣ ਕੇ ਪੁੱਛਣ ਲੱਗਾ, ਯਹਾਂ ਕੌਣ ਠਹਿਰਾ ਹੁਆ ਹੈ। ਸੰਤਾਂ ਲਈ ਈਸਾਈਆਂ ਦੇ ਦਿਲਾਂ ਵਿੱਚ ਬੜੀ ਸ਼ਰਧਾ ਹੁੰਦੀ ਹੈ। ਮੇਰੇ ਦਸਮ ਤੇ ਉਸਨੇ ਦਰਸ਼ਨ ਕਰ ਲਈ ਇੱਛਾ ਪ੍ਰਗਟ ਕੀਤੀ ਤੇ ਥੋੜੀ ਦੂਰ ਜੰਗਲ ਵਿੱਚ ਜਾ ਕੇ ਬਹੁਤ ਸਾਰੇ ਫੁੱਲ ਇਕੱਠੇ ਕਰ ਇੱਕ ਸੋਹਣਾ ਜਿਹਾ ਗੁਲਦਸਤਾ ਬਣਾ ਉਹ ਬਾਬਾ ਜੀ ਦੇ ਪਾਸ ਹਾਜ਼ਰ ਹੋਇਆ। ਬਾਬਾ ਜੀ ਦੇ ਅੰਦਰ ਬੁਲਾਉਣ ਤੇ ਉਸਨੇ ਟੋਪੀ ਲਾਹ ਝੁਕ ਕੇ ਆਪਣੀ ਬੋਲੀ ਵਿੱਚ ਬੜੇ ਸਤਿਕਾਰ ਨਾਲ ਕੁਝ ਪੜ੍ਹਿਆ, ਜਿਸ ਤੇ ਬਾਬਾ ਜੀ ਨੇ ਬੜੇ ਪ੍ਰਸੰਨ ਹੋ ਕੇ ਪੁੱਛਿਆ ਕਿ ਸੁਣਾ, ਕੋਈ ਤਕਲੀਫ ਤਾਂ ਨਹੀਂ। ਉਸਨੇ ਬੇਨਤੀ ਕੀਤੀ ਕਿ ਬੜੀ ਮੁੱਦਤ ਹੋ ਗਈ ਹੈ, ਅਸੀਂ ਆਪਣੇ ਬਾਲ ਬੱਚਿਆਂ ਤੋਂ ਵਿਛੜੇ ਹੋਏ ਹਾਂ। ਹੋਰ ਵੀ ਕੁਝ ਦੁੱਖ ਸੁੱਖ ਦੱਸਿਆ ਹੋਵੇਗਾ। ਪਰ ਬਾਬਾ ਜੀ ਨੇ ਪੁੱਛਿਆ ਕਿ ਰੱਬ ਦਾ ਨਾਮ ਲੈਂਦਾ ਹੈ, ਤਾਂ ਉਸਦੇ ਹਾਂ ਵਿੱਚ ਉੱਤਰ ਦੇਣ ਤੇ ਬਾਬਾ ਜੀ ਨੇ ਉਸਨੂੰ ਇੱਕ ਮਾਲਾ ਬਖਸ਼ ਕੇ ਸਮਝਾਇਆ ਕਿ ਆਪਣੇ ਮਤ ਅਨੁਸਾਰ ਰੱਬ ਦਾ ਨਾਮ ਵਧੇਰੇ ਲਿਆ ਕਰ, ਤੇ ਉਸਨੂੰ ਪ੍ਰਸ਼ਾਦ ਦੇ ਕੇ ਵਿਦਾ ਕੀਤਾ। ਕੈਂਪ ਵਿੱਚ ਜਾ ਕੇ ਉਸਦੇ ਇਹ ਵਿਥਿਆ ਸੁਣਾਉਣ ਤੇ ਹੋਰ ਕੈਦੀ ਵੀ ਆਉਣ ਲੱਗ ਪਏ। ਕੜਾਹ ਪ੍ਰਸ਼ਾਦ ਤੇ ਲੰਗਰ ਛਕ ਬਾਹਰ ਬੋਰਡ ਤੇ ਲਿਖੀ ਹੋਈ ਬਾਬਾ ਜੀ ਦੀ ਸਿੱਖਿਆ ਸੁਣ ਸਮਝ ਕੇ ਉਹ ਬੜੇ ਪ੍ਰਸੰਨ ਹੁੰਦੇ। ਇੱਕ ਦਿਨ ਉਹਨਾਂ ਦਾ ਲਾਟ ਪਾਦਰੀ ਵੀ ਆ ਪੁੱਜਾ ਤੇ ਬਾਬਾ ਜੀ ਦੇ ਬਚਨ ਸੁਣ ਕੇ ਆਪਣੇ ਢੰਗ ਨਾਲ ਵੰਡਰਿਆ 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 ਕਹਿ ਵਜ ਵਿੱਚ ਆ ਬਾਬਾ ਜੀ ਦੀ ਬੜੀ ਸਿਫਤ ਸਲਾਹ ਕੀਤੀ। ਪਰ ਕੈਦੀ ਇਤਨੇ ਆਉਣ ਲੱਗ ਪਏ ਕਿ ਬਾਬਾ ਜੀ ਨੂੰ ਜੁਗਤੀ ਨਾਲ ਉਹਨਾਂ ਨੂੰ ਬੰਦ ਕਰਨਾ ਪਿਆ ਕਿ ਕਿਤੇ ਸਰਕਾਰ ਬੇਲੋੜਾ ਸ਼ੱਕ ਨਾ ਕਰਨ ਲੱਗ ਪਏ। ਇੱਕ ਦਿਨ ਆਪਣੇ ਚੇਲਿਆਂ ਨਾਲ ਇੱਕ ਸਾਧੂ, ਜੋ ਵਾਟਰ ਡਿਵਾਈਨਰ ਦੇ ਤੌਰ ਤੇ ਧਰਤੀ ਹੇਠੋਂ ਪਾਣੀ ਲੱਭਣ ਦੀ ਸ਼ਕਤੀ ਦੱਸਦਾ ਸੀ, ਆ ਨਿਕਲਿਆ। ਪਰ ਬਾਬਾ ਜੀ ਦੇ ਬਚਨਾਂ ਤੇ
ਭੜਚੋਲਵੇਂ ਪ੍ਰਸ਼ਨ ਸੁਣ ਉਹਨੂੰ ਵੀ कहना ਪਿਆ भगवान आपके सामने मैं क्या चीज़ हूँ, आप तो समर्थ हैं। आप पानी भी ना निकलने देवें या ऊपर से ही निकाल देवें। आपके हाथ में बहुत कुछ है। ਉਸ ਦੇ ਹੋਰ ਵੀ ਭਰਮ ਦੂਰ ਕੀਤੇ, ਝੂਠੀਆਂ ਗੱਲਾਂ ਪਿੱਛੇ ਲੱਗ ਕੇ ਆਪਣੀ ਬਿਰਤੀ ਖਰਾਬ ਕਰਨ ਤੋਂ ਛੁਡਾ ਕੇ ਉਸ ਨੂੰ ਰੱਬ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਇੱਕ ਹੋਰ ਦਿਨ ਜਾਵਾ ਦੇ ਸੁਲਤਾਨ ਦਾ ਟਿਊਟਰ ਦਰਸ਼ਨਾਂ ਨੂੰ ਆਇਆ ਤੇ ਕਿਤਨਾ ਚਿਰ ਬਚਨ ਕਰਕੇ ਆਪਣੇ ਮਨ ਦੇ ਸ਼ੰਕੇ ਨਿਵਰਤ ਕੀਤੇ। ਨੰਦਾ ਚੌਂਕੀ ਤੋਂ ਕੁਝ ਮੀਲ ਅਗਾਂਹ ਚਕਰੋਤੇਵਾਲ ਇੱਕ ਸੇਲਾ ਖੋਹੀ ਨਾਮੀ ਛੋਟਾ ਜਿਹਾ ਨਗਰ ਹੈ। ਇਸ ਦੇ ਪਾਸ ਇੱਕ ਸੰਘਣਾ ਜੰਗਲ ਹੈ। ਨੇੜੇ ਹੀ ਰਾਏ ਬਹਾਦਰ ਜੋਧਾ ਮੱਲ ਦਾ ਇੱਕ ਬੰਗਲਾ ਸੀ, ਜਿੱਥੇ ਕਿ ਚਾਹ ਬਣਾਉਣ ਦਾ ਇੱਕ ਛੋਟਾ ਜਿਹਾ ਕਾਰਖਾਨਾ ਸੀ। ਇੱਕ ਦਿਨ ਦੀ ਗੱਲ ਹੈ ਕਿ ਹਵਾਖੋਰੀ ਕਰਦੇ ਕਰਦੇ ਇੱਧਰ ਆ ਗਏ। ਬੰਗਲੇ ਦੇ ਚੌਂਕੀਦਾਰ ਨੂੰ ਬੁਲਾ ਕੇ ਪੁੱਛਣ ਲੱਗੇ ਕਿ ਇੱਥੋਂ ਕੋਈ ਪਿੰਡ ਸ਼ੇਰਪੁਰ ਹੈ। ਇਹ ਪਿੰਡ 1 ਮੀਲ ਦੱਖਣ ਵੱਲ ਸੀ। ਉੱਥੇ ਦੇ ਇੱਕ ਬਿਰਧ ਬ੍ਰਾਹਮਣ ਤੇ ਜ਼ਿਮੀਂਦਾਰ ਦੀ ਬਾਬਤ ਪੁੱਛਿਆ ਤੇ ਫਿਰ ਦੱਸਿਆ ਕਿ ਕਿਵੇਂ ਜਵਾਨੀ ਵਿੱਚ ਇੱਧਰ ਕੁਝ ਸਮਾਂ ਤਪੱਸਿਆ ਕੀਤੀ। ਪਹਿਲੀ ਵੇਰੀ ਆਏ ਤਾਂ ਇੱਕ ਸਾਨੂੰ ਕਹਿਣ ਲੱਗਾ, ਲੌਂਡੇ ਯਹਾਂ ਸੇ ਚਲਾ ਜਾ, ਰਾਤ ਕੋ ਕੀੜਾ ਪੜੇ। ਕੀੜਾ ਉੱਧਰ ਸ਼ੇਰ ਨੂੰ ਕਹਿੰਦੇ ਸਨ, ਪੰਜਾਬ ਵਿੱਚ ਸੱਪ ਨੂੰ ਵੀ ਕਹਿੰਦੇ ਹਨ। ਪਰ ਅਸੀਂ ਵੱਡੇ ਬੋਹੜ ਦੇ ਹੇਠਾਂ ਆਸਨ ਜਮਾ ਲਿਆ। ਆਪਸ 'ਚ ਫਿਰ ਉਹ ਕਹਿਣ ਲੱਗੇ, ਇਹ ਲੌਂਡਾ ਕੋਈ ਕਲਾ ਵਾਲਾ ਹੈ। ਜਦ ਉਹ ਬਿਰਧ ਆਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਸਿਆਣ ਲਿਆ। ਉਹ ਪੁਰਾਣੀ ਗੱਲ ਦੱਸੀ ਤੇ ਕਿਹਾ ਕਿ ਜਿਸ ਮੁੰਡੇ ਕੋ ਆਪ ਸ਼ੇਰ ਕਾ ਡਰ ਦੇ ਕੇ ਰਾਤ ਨੂੰ ਰਹਿਣ ਤੋਂ ਰੋਕਦੇ ਸੀ, ਉਹ ਅਸੀਂ ਹਾਂ। ਪੁਰਾਣੀ ਗੱਲ ਯਾਦ ਕਰਕੇ ਉਹਨਾਂ ਨੇ ਵੀ ਸਿਆਣ ਲਿਆ ਤੇ ਬਾਬਾ ਜੀ ਦੀ ਰਹਿਣੀ ਬਹਿਣੀ ਦੇਖ ਕੇ ਬੜੇ ਪ੍ਰਸੰਨ ਹੋਏ। ਬਾਬਾ ਜੀ ਨੇ ਵੀ ਉਹਨਾਂ ਨਾਲ ਬੜਾ ਪਿਆਰ ਕੀਤਾ ਤੇ ਉਹਨਾਂ ਨੂੰ ਬਹੁਤ ਸਾਰਾ ਪ੍ਰਸ਼ਾਦ ਦਿੱਤਾ। ਫਿਰ ਉਹ 20-30 ਆਦਮੀਆਂ ਦੀ ਸੰਗਤ ਬਣਾ ਕੇ ਨੰਦਾ ਚੌਂਕੀ ਆਏ ਤੇ ਆਪਣੇ ਪਿੰਡ ਜਾਣ ਵਾਸਤੇ ਬੇਨਤੀ ਕੀਤੀ। ਰਾਹ ਵਿੱਚ ਬਰਸਾਤੀ ਨਦੀ ਪੈਂਦੀ ਸੀ, ਜੋ ਇਸ ਜਾਂ ਕਿਸੇ ਹੋਰ ਕਾਰਨ ਬਾਬਾ ਜੀ ਗਏ ਨਾ। ਭਾਈ ਸਾਹਿਬ ਸੰਤ ਸੁਜਾਨ ਸਿੰਘ ਜੀ ਨੂੰ ਪਰਿਵਾਰ ਤੋਂ ਵਿਛੜਿਆਂ ਲਗਾਤਾਰ 7 ਮਹੀਨੇ ਹੋਣ ਵਾਲੇ ਸਨ। ਇਹਨਾਂ ਨੂੰ ਬਾਬਾ ਜੀ ਘਰ ਜਾਣ ਦੀ ਆਗਿਆ ਦੇਣ ਤੋਂ ਕਿਸੇ ਨਾ ਕਿਸੇ ਕਾਰਨ ਜਾਂ ਢੰਗ ਨਾਲ ਸੰਕੋਚ ਕਰਦੇ ਰਹੇ ਸਨ। ਹੁਣ ਭਾਈ ਸਾਹਿਬ ਦੇ ਸਬਰ ਦਾ ਪਿਆਲਾ ਭਰਿਆ ਉਛਲ ਰਿਹਾ ਸੀ। ਉਹ ਕਿਵੇਂ ਪਹਿਲੀ ਵੇਰੀ ਬਿਨਾਂ ਆਗਿਆ ਹੀ ਉੱਠ ਟੁਰੇ, ਕਿਵੇਂ ਮੁੜੇ, ਕੀ ਬਚਨ ਉਹਨਾਂ ਨਾਲ ਹੋਏ, ਇਸ ਦਾ ਹਾਲ ਉਚਿਤ ਥਾਂ 'ਤੇ ਹੈ। ਇੱਧਰ ਦਾ ਇੱਕ ਗੰਗਾ ਰਾਮ ਨਾਮ ਪਹਾੜੀਆ ਜ਼ਿਮੀਂਦਾਰ ਤਾਂ ਬਾਬਾ ਜੀ ਦਾ ਸ਼ਰਧਾਲੂ ਬਣ ਗਿਆ। ਉਸ ਦੀ ਸ਼ਰਧਾ ਵੇਖ ਇੱਕ ਦਿਨ ਦੀਵਾਨ ਵਿੱਚ ਉਸ ਨੂੰ ਜਪ ਸਾਹਿਬ ਪਹਿਲੀ ਪੌੜੀ ਲਿਖਾ ਕੇ ਦਿੱਤੀ ਸੀ ਕਿ ਇਸ ਦਾ ਜਾਪ ਕਰਿਆ ਕਰੇ। ਇਸ ਨੇ ਕਈ ਵੇਰੀ ਮੱਕੀ ਦੀਆਂ ਛੱਲੀਆਂ ਲੈ ਆਉਣੀਆਂ, ਜਿਨ੍ਹਾਂ ਵਿੱਚ ਇੱਕ ਅੱਧੀ ਭੁਨਾ ਕੇ ਬਾਬਾ ਜੀ ਨੇ ਰਸਨਾ ਰਾਹੀਂ ਅੰਗੀਕਾਰ ਕਰ ਲੈਣੀ। ਇੱਥੇ ਰਹਿੰਦਿਆਂ ਹੋਰ ਜੋ ਘਟਨਾਵਾਂ ਹੋਈਆਂ, ਉਹਨਾਂ ਵਿੱਚੋਂ ਕਈਆਂ ਦਾ ਹਾਲ ਹੱਡ ਬੀਤੀਆਂ ਵਿੱਚ ਪੜ੍ਹਿਆ ਜਾਵੇਗਾ। ਸਰਦਾਰ ਅਮਰ ਸਿੰਘ, ਨਿਰਵਾਣ ਲਕਸ਼ਮਣ ਦਾਸ, ਡਾਕਟਰ ਸੰਤ ਸਿੰਘ, ਸਰਦਾਰ ਰਘੁਵੀਰ ਸਿੰਘ ਨਰੂਲਾ, ਇਸ ਤੋਂ ਕੁਝ ਹੋਰ ਭਾਗਾਂ ਵਿੱਚ ਵੀ ਹਾਲ ਆਏ ਹਨ। ਭਾਵੇਂ ਕੋਠੀ ਦੀ ਮਾਲਕਣ ਨੇ 5-6 ਮਹੀਨਿਆਂ ਲਈ ਕੋਠੀ ਰੱਖਣ ਦਾ ਤਾਂ ਬਚਨ ਦਿੱਤਾ ਹੋਇਆ ਸੀ, ਪਰ ਆਰੀਆ ਸਮਾਜ ਖਿਆਲਾਂ ਦੇ ਮਿੱਤਰ ਕੁਝ ਚੁੱਕਣ ਵਾਲੇ ਵੀ ਵਿੱਚੇ ਹੀ ਹੁੰਦੇ ਨੇ। ਉਹਨਾਂ ਦੇ ਅਸਰ ਹੇਠਾਂ ਮਾਲਕ ਫੁਰਨਾ ਬਣਾ ਲੈਣ ਕਿ ਕਿਤੇ ਇਹ ਸਿੱਖ ਕੋਠੀ 'ਤੇ ਕਬਜ਼ਾ ਹੀ ਨਾ ਕਰ ਲੈਣ। ਇਸ ਪਰ ਸਰਦਾਰ ਗੁਰਦਿਆਲ ਸਿੰਘ ਜੀ ਠੇਕੇਦਾਰ ਦੇ ਅਨੁਸਾਰ ਬਾਬਾ ਜੀ ਜਦ ਉੱਠਣ ਨੂੰ ਤਿਆਰ ਹੋਣ ਤਾਂ ਫਿਰ ਆਣ ਕੇ ਬੇਨਤੀਆਂ ਕਰਨ ਲੱਗ ਪੈਣ ਕਿ ਇੱਥੇ ਹੀ ਠਹਿਰੋ। ਇਹਨਾਂ ਦੇ ਕੁਝ ਜ਼ਮੀਨ ਪਾਉਂਦੇ ਪਿੰਡ ਵਿੱਚ ਵੀ ਸੀ, ਜੋ ਉਸ ਥਾਂ ਤੋਂ ਉੱਤਰ ਵੱਲ ਲਗਭਗ 2 ਮੀਲ ਅੱਗੇ ਨਦੀ ਦੇ ਪਾਰ ਖੱਬੇ ਪਾਸੇ ਪੈਂਦੀ ਸੀ।
ਇਹ ਜਗ੍ਹਾ ਹੋਰ ਵੀ ਇਕਾਂਤ ਤੇ ਮਨ ਭਾਉਂਦੀ ਸੀ। ਇੱਕ ਤਰ੍ਹਾਂ ਮਾਲਕਾਂ ਦੀ ਵੀ ਤਸੱਲੀ ਹੋ ਗਈ। ਹੁਕਮਨਾਮਾ ਲਿਆ ਗਿਆ ਜੋ ਬੜੀ ਪ੍ਰਸੰਨਤਾ ਦਾ ਆਇਆ। ਸੋ ਸ਼ੁਰੂ ਸਤੰਬਰ ਵਿੱਚ ਬਾਬਾ ਜੀ ਨੇ ਆਪਣਾ ਆਸਣ ਉੱਥੇ ਬਦਲ ਲਿਆ। ਆਪਣੀ ਰਹੁ ਰੀਤੀ ਅਨੁਸਾਰ ਠਾਠ ਬਣਾਉਣ ਲਈ ਸਰਦਾਰ ਗੁਰਦਿਆਲ ਸਿੰਘ ਨੂੰ ਕੇਵਲ 3 ਦਿਨ ਦਿੱਤੇ, ਇਹ ਕਹਿ ਕੇ ਕਿ ਜੋ ਮਰਜ਼ੀ ਹੈ ਕਰ ਲੈ। ਟਰੱਕ ਵਿੱਚ ਲੋਹੇ ਦੀਆਂ ਜਿਸ ਦੀ ਚਾਦਰਾਂ ਆ ਗਈਆਂ, ਝਟਪਟ ਲੱਗ ਕੇ 3 ਦਿਨਾਂ ਦੇ ਅੰਦਰ ਹੀ ਸਭ ਕੁਝ ਤਿਆਰ ਹੋ ਗਿਆ। ਇੱਕ ਪਾਸੇ ਵੱਡੇ ਸਾਰੇ ਬੋਹੜ ਦੇ ਰੁੱਖ ਕੋਲ ਇੱਕ ਮਣਾ ਵੀ ਬਣਵਾਇਆ ਗਿਆ, ਜਿਸ ਉੱਤੇ ਇੱਕ ਛੋਟਾ ਕਮਰਾ ਜਿਹਾ ਵੀ। ਭਾਈ ਸਾਹਿਬ ਕਰਤਾਰ ਸਿੰਘ ਜੀ ਨੇ ਦੱਸਿਆ ਕਿ ਜਦ ਠਾਠ ਦੀ ਸੇਵਾ ਹੋ ਰਹੀ ਸੀ, ਮੈਂ ਫਰਸ਼ ਲਾਉਣ ਵਾਸਤੇ ਇੱਟਾਂ ਚੁੱਕ ਕੇ ਲਈ ਜਾਂਦਾ ਸਾਂ। ਜਦ ਇੱਟ ਚੁੱਕੀ ਤੇ ਹੇਠਾਂ ਵੱਡਾ ਸਾਰਾ ਕਾਲਾ ਠੂੰਹਾਂ ਸੀ। ਸੋਚਿਆ ਕਿ ਮੈਂ ਇਸ ਨੂੰ ਮਾਰਾਂ ਕਿ ਨਾ ਮਾਰਾਂ। ਉਸ ਵੇਲੇ ਬਾਬਾ ਜੀ ਥੋੜ੍ਹੀ ਦੂਰ ਖੜੇ ਸਨ ਕਿ ਉੱਥੋਂ ਟੁਰ ਕੇ ਮੇਰੇ ਕੋਲ ਆ ਕੇ ਪੁੱਛਣ ਲੱਗੇ, ਕੀ ਵੇਖ ਰਿਹਾ ਹੈ? ਮੈਂ, ਬਾਬਾ ਜੀ, ਬੜਾ ਕਾਲਾ ਬਿੱਛੂ ਹੈ, ਬੜਾ ਜ਼ਹਿਰੀਲਾ ਜਾਪਦਾ ਹੈ। ਜਿਸ ਪਰ ਉਹਨਾਂ ਫਰਮਾਇਆ, ਇਹ ਹੁਣ ਕਲਿਆਣ ਚਾਹੁੰਦਾ ਹੈ। ਕੋਈ ਨਹੀਂ, ਗੁਰੂ ਨਾਨਕ ਦਾ ਘਰ ਹੈ, ਮਾਰ ਦੇ ਇਸ ਨੂੰ, ਇਸ ਦਾ ਕਲਿਆਣ ਹੋ ਜਾਵੇਗਾ। ਸੋ ਛੇਤੀ ਨਾਲ ਉਹਨਾਂ ਦੇ ਸਾਹਮਣੇ ਮੈਂ ਇੱਟ ਨਾਲ ਉਸ ਨੂੰ ਮਾਰ ਦਿੱਤਾ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਇੱਕ ਛੋਟਾ ਜਿਹਾ ਟੋਇਆ ਪੁੱਟ ਉਸ ਵਿੱਚ ਉਸ ਨੂੰ ਸੁੱਟ, ਉਸ ਤੇ ਮਿੱਟੀ ਪਾ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ। ਮੈਂ ਜਦ ਪਾਠ ਕਰਦਾ ਰਿਹਾ ਤਾਂ ਬਾਬਾ ਜੀ ਖੜੇ ਸੁਣਦੇ ਰਹੇ ਤੇ ਪਾਠ ਦੀ ਸਮਾਪਤੀ ਉੱਤੇ ਜਦ ਮੈਂ ਸੀਸ ਨਿਵਾਇਆ ਤਾਂ ਬਾਬਾ ਜੀ ਨੇ ਵੀ ਖਲੋਤਿਆਂ ਸੀਸ ਝੁਕਾਇਆ। ਉਸ ਵੇਲੇ ਸੁਭਾਵਕ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਪੁੱਛਾਂ, ਬਾਬਾ ਜੀ, ਇਹ ਕੌਣ ਸੀ ਜਿਸ ਤੇ ਤੁਸਾਂ ਇਤਨੀ ਮਿਹਰ ਕੀਤੀ? ਪਰ ਮੇਰੀ ਹਿੰਮਤ ਨਾ ਪਈ ਤੇ ਬਾਬਾ ਜੀ ਪਰਾਂ ਚਲੇ ਗਏ। ਇੱਥੇ ਰਹਿਣ ਸਮੇਂ ਲੇਖਕ ਨੇ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਇੱਕ ਪ੍ਰਸਿੱਧ ਕਲਾਕਾਰ ਠਾਕਰ ਗੰਗਾ ਸਿੰਘ ਨੂੰ ਪ੍ਰੇਰਨਾ ਕਰਕੇ ਲਿਆਂਦਾ ਤਾਂ ਜੋ ਕਿਸੇ ਤਰ੍ਹਾਂ ਬਾਬਾ ਜੀ ਦਾ ਪੋਰਟਰੇਟ ਬਣਾ ਸਕੇ। ਪਰ ਬਾਬਾ ਜੀ ਨੇ ਟਾਲ ਦਿੱਤਾ, ਇਹ ਬਚਨ ਕਰਦਿਆਂ ਕਿ ਮੇਰੀ ਕੋਈ ਸ਼ਕਲ ਹੈ ਤਸਵੀਰ ਖਿਚਾਉਣ ਵਾਲੀ। ਨਾ ਹੀ ਮੰਨੇ, ਇੱਥੇ ਹੀ ਮਹਾਰਾਜ ਸਾਹਿਬ ਪਟਿਆਲਾ ਦਰਸ਼ਨਾਂ ਨੂੰ ਆਏ, ਜਿਸ ਦਾ ਵਰਣਨ ਹੱਡ ਬੀਤਿਆਂ ਵਿੱਚ ਹੈ। ਇੱਕ ਦਿਨ ਹਵਾਖੋਰੀ ਕਰਦਿਆਂ ਨਾਲ ਪਾਉਂਦੇ ਪਿੰਡ ਚਲੇ ਗਏ। ਜਦ ਉੱਥੋਂ ਦੀਆਂ ਪੇਂਡੂਆਂ ਨੇ ਸਤਿਕਾਰ ਵਜੋਂ ਬੇਨਤੀ ਕੀਤੀ, ਆਓ ਬੈਠੋ, ਤਾਂ ਬਾਬਾ ਜੀ ਨੇ ਉੱਤਰ ਦਿੱਤਾ, ਬੈਠੀਏ ਕਾਹਦੇ ਤੇ? ਸਾਡੀ ਥਾਂ ਤਾਂ ਤੁਸਾਂ ਰੋਕ ਲਈ ਹੈ। ਇਹ ਪਿਛਲੇ ਜਨਮ ਦੀ ਕਿਸੇ ਗੱਲ ਵੱਲ ਇਸ਼ਾਰਾ ਸੀ ਜੋ ਹੋਰ ਕਿਸੇ ਨੇ ਕੀ ਸਮਝੀ ਹੋਵੇਗੀ। ਇਸ ਪਾਸੇ ਦਾ ਜੰਗਲ ਹੋਰ ਵੀ ਸੰਘਣਾ ਸੀ। ਸੋ ਜੰਗਲ ਵਿੱਚ ਜਦ ਜਾਣਾ ਤਾਂ ਕਈ ਸੰਗੀਆਂ ਨੇ ਪਿੱਛੇ ਰਹਿ ਜਾਣਾ। ਬਾਬਾ ਜੀ ਨਾਲ ਟੁਰਨਾ ਇਤਨਾ ਔਖਾ ਸੀ ਤਾਂ ਉਹਨਾਂ ਰੁੱਖਾਂ ਨੂੰ ਲੀਰਾਂ ਬੰਨ੍ਹਦੇ ਜਾਣਾ ਕਿ ਵਾਪਸੀ ਕਿਤੇ ਰਾਹ ਨਾ ਭੁੱਲ ਜਾਈਏ। ਜੰਗਲ ਸੰਬੰਧੀ ਇੱਕ ਅਦਭੁਤ ਘਟਨਾ ਦਾ ਹਾਲ ਡਿਪਟੀ ਗੁਰਦਿਆਲ ਸਿੰਘ ਜੀ ਹੱਡਬੀਤੀ ਵਿੱਚ ਆਇਆ ਹੈ। ਸੁਲਤਾਨ ਡਾਕੂ ਦੀ ਗੁਫਾ। ਚੋਜੀ ਬਾਬਾ ਜੀ ਨੇ ਇੱਧਰ ਨਗਰ ਵਾਸੀਆਂ ਤੇ ਇੱਕ ਦਿਨ ਕਿਸੇ ਗੁਫਾ ਬਾਬਤ ਪੁੱਛਿਆ ਤਾਂ ਉਹਨਾਂ ਨੇ ਇਸ ਗੁਫਾ ਦਾ ਪਤਾ ਦੱਸਿਆ, ਜੋ ਕਿ ਚਕਰਾਤਾ ਸੜਕ ਵੱਲ 8-9 ਮੀਲ ਤੇ ਸੀ। ਇਸ ਪਾਸੇ ਫੇਰਾ ਪਾਉਣ ਦਾ ਹਾਲ ਸਰਦਾਰ ਅਵਤਾਰ ਸਿੰਘ ਦੀ ਜ਼ੁਬਾਨੀ ਇੱਥੇ ਹੀ ਅੰਕਿਤ ਕੀਤਾ ਜਾਂਦਾ ਹੈ। ਇਹ ਵੀ ਕਿਹਾ ਕਿ ਉੱਧਰ ਵੀ ਸ਼ੇਰ ਰਹਿੰਦਾ ਹੈ, ਪਰ ਬਾਬਾ ਜੀ ਨੇ ਫਰਮਾਇਆ, ਆਪੇ ਖੜਕਾ ਦੜਕਾ ਸੁਣ ਕੇ ਨੱਸ ਜਾਵੇਗਾ। ਸੋ ਇੱਕ ਦਿਨ 2-3 ਵਜੇ ਦੁਪਹਿਰ ਨੂੰ ਉੱਧਰ ਚਾਲੇ ਪਾਏ ਤਾਂ ਕੀਰਤਨੀ ਜੱਥੇ ਤੋਂ ਛੁੱਟ ਸਰਦਾਰ ਗੁਰਦਿਆਲ ਸਿੰਘ, ਸਰਦਾਰ ਸੰਪੂਰਨ ਸਿੰਘ, ਸਰਦਾਰ ਕਨ੍ਹਈਆ ਸਿੰਘ, ਸਰਦਾਰ ਜੋਰਾਵਰ ਸਿੰਘ ਭਦੌੜੀ, ਸਰਦਾਰ ਅਵਤਾਰ ਸਿੰਘ ਆਦਿ ਸੰਗੀ ਤਿਆਰ ਹੋ ਗਏ। ਲੇਖਕ ਵੀ ਉਹਨਾਂ 'ਚੋਂ ਸੀ। ਬਾਬਾ ਜੀ ਤੇ ਹਜੂਰੀਏ ਰਾਜ ਮੋਟਰ ਵਿੱਚ ਸਨ।
ਬਾਕੀ ਸੰਗਤ ਸਰਦਾਰ ਇੰਦਰ ਸਿੰਘ ਮੋਟਰਾਂ ਵਾਲੇ ਦੀ ਬੱਸ ਵਿੱਚ ਚੜ੍ਹ ਕਿਤੇ 5 ਵਜੇ ਪਿੱਛੋਂ ਜਾ ਕੇ ਸ਼ੇਰਪੁਰੇ ਪੁੱਜੀ, ਜਿੱਥੋਂ ਕਿ ਜੰਗਲ ਵਿੱਚ ਦੀ ਅਗਵਾਈ ਪਹਾੜੀਆਂ ਨੇ ਕਰਨੀ ਸੀ। 6 ਕੁ ਮੀਲ ਦੀ ਵਾਟ ਪਿੱਛੋਂ ਹਾਲੀ ਇੱਕ ਸੁੱਕੀ ਨਦੀ ਤੇ ਪੁੱਜੇ ਸਨ ਕਿ ਹਨੇਰਾ ਪੈ ਗਿਆ। ਜੰਗਲ ਇਤਨਾ ਭਿਆਨਕ ਕਿ ਜੰਗਲੀ ਜਾਨਵਰਾਂ, ਸ਼ੇਰ ਆਦਿ ਦੀਆਂ ਆਵਾਜ਼ਾਂ ਨਾਲ ਗੂੰਜਣ ਲੱਗ ਪਿਆ। ਤੰਗ ਤੇ ਬਿਖੜਾਰਾ ਪਥਰੀਲੀ ਜ਼ਮੀਨ, ਹੱਥ ਵਿੱਚ ਨਾ ਸੋਟਾ ਨਾ ਸ਼ਾਸਤਰ, ਕਾਲੀ ਬੋਲੀ ਮੱਸਿਆ ਦੀ ਰਾਤ। ਕੇਵਲ ਇੱਕ ਮਾੜੀ ਜਿਹੀ ਟਾਰਚ ਨਾਲ ਲਿਆਂਦਾ ਗੈਸ ਕਿਸੇ ਕਾਰਨ ਜਗ ਨਾ ਸਕਿਆ। ਵਿੱਚ ਕੁਝ ਸੰਗੀਆਂ ਦਾ ਕੁਰਾਹੇ ਪੈ ਕੇ ਭੁੱਲਣਾ ਸੁਭਾਵਿਕ ਸੀ। ਉੱਥੇ ਜੈਕਾਰੇ ਛੱਡ ਛੱਡ ਇੱਕ ਪਾਰਟੀ ਦੂਜੀ ਦਾ ਪਤਾ ਰੱਖਦੀ। ਭਾਈ ਹੀਰਾ ਸਿੰਘ ਪਹਿਰੇਦਾਰ ਦੇ ਰਾਹੀਂ ਪੁਚਾਈ ਹਦਾਇਤ ਅਨੁਸਾਰ ਮੇਰੇ ਵਾਲੀ ਪਿੱਛੇ ਰਹੀ ਪਾਰਟੀ ਤਾਂ ਸਮਾਨ ਵੀ ਰਾਹ ਵਿੱਚ ਰੱਖ ਬੜੇ ਤੰਗ ਰਾਹ ਥਾਈਂ ਗੁਫਾ ਵਾਲੀ ਥਾਂ ਤੇ ਪੁੱਜੇ, ਜਿੱਥੇ ਕਿ ਬਾਬਾ ਜੀ ਇੱਕ ਪਹਾੜੀ ਚਟਾਨ ਨਾਲ ਢੋ ਲਾਈ ਨੇਤਰ ਬੰਦ ਬਿਰਾਜ ਰਹੇ ਸਨ। ਆਖਰ ਗੈਸ ਜਗਾ ਉਹਨਾਂ ਦੀ ਰੌਸ਼ਨੀ ਵਿੱਚ ਗੁਫਾ ਨੂੰ ਦੇਖਿਆ, ਜਿਸ ਦਾ ਮੂੰਹ 20-25 ਫੁੱਟ ਉੱਚਾ ਤੇ ਲੰਬਾਈ 35 ਕੁ ਫੁੱਟ ਸੀ। ਉਸ ਦੇ ਪਿੱਛੇ ਇੱਕ ਅੰਡੇਈ ਸ਼ਕਲ ਦਾ ਸੁਰਾਖ ਸੀ ਜੋ ਲਗਭਗ 2.5 ਫੁੱਟ ਚੌੜਾ ਸੀ। ਪਹਾੜੀਏ ਅਨੁਸਾਰ ਇੱਥੇ ਸ਼ੇਰ ਰਹਿੰਦਾ ਸੀ। ਸ਼ੇਰ ਤਾਂ ਉੱਥੇ ਕੋਈ ਨਹੀਂ ਸੀ, ਪਰ ਬਾਹਰ ਵਾਰ ਉਸਦੇ ਪਹੁੰਚਦਿਆਂ ਦੇ ਕੁਝ ਚਿੰਨ੍ਹ ਦਿਸੇ। ਇਹ ਉਹ ਰਾਤ ਸੀ ਜਦੋਂ ਸਾਰੇ ਪੰਜਾਬ ਵਿੱਚ ਬਲੈਕ ਆਊਟ ਹੋਇਆ। ਗੁਫਾ ਦੇ ਅੰਦਰ ਜਾ ਹੇਠਾਂ ਚੂਨਾ ਡਿੱਗਾ ਵੇਖ ਬਾਬਾ ਜੀ ਨੇ ਫਰਮਾਇਆ ਕਿ ਕਦੇ ਇਸ ਵਿੱਚ ਪਲਸਤਰ ਹੋਇਆ ਤੇ ਕਿਸੇ ਬਾਦਸ਼ਾਹ ਨੇ ਹੀ ਇਸ ਨੂੰ ਬਣਵਾਇਆ ਹੋਵੇਗਾ। ਗੁਫਾ ਦੇ ਨੇੜੇ ਬੜੀ ਮੁਸ਼ਕਲ ਨਾਲ ਥੋੜਾ ਜਿਹਾ ਪਾਣੀ ਲੱਭਾ। ਕਿਤੇ ਰਾਤ ਦੇ 12 ਵਜੇ ਜਾ ਕੇ ਬਾਬਾ ਜੀ ਨੇ ਵਾਪਸੀ ਦਾ ਹੁਕਮ ਦਿੱਤਾ ਤੇ ਰਾਹ ਵਿੱਚ ਇੱਕ ਸ਼ੇਰ ਵੀ ਦੇਖਣ ਵਿੱਚ ਆਇਆ, ਜੋ ਬਾਬਾ ਜੀ ਅਨੁਸਾਰ ਕਿਸੇ ਜਾਨਵਰ ਨੂੰ ਮਾਰ ਕੇ ਲਈ ਜਾਂਦਾ ਸੀ। 12:15 ਵੱਜਣ ਵਾਲੇ ਸਨ। ਬਾਬਾ ਜੀ ਦੇ ਇਸ਼ਨਾਨ ਦਾ ਵਕਤ ਹੋ ਰਿਹਾ ਸੀ। ਨਾਲ ਆਏ ਰਤਨ ਲਾਲ ਹੁਨ ਸਿੰਘ ਮਹਿਰੇ ਤੇ ਭਾਈ ਜਸਵੰਤ ਸਿੰਘ ਲੰਮੇ ਦੇ ਉਦਮ ਨਾਲ ਪਾਣੀ ਵੀ ਪ੍ਰਾਪਤ ਹੋ ਗਿਆ। ਇਸ਼ਨਾਨ ਕਰ ਬਾਬਾ ਜੀ ਤਾਂ ਸਮਾਧੀ ਸਥਿਤ ਹੋ ਗਏ ਤੇ ਸੰਗੀ ਜਿੱਥੇ ਕਿਸੇ ਨੂੰ ਥਾਂ ਲੱਭੀ ਉੱਥੇ ਹੀ ਅੜਿੰਗ ਬੜਿੰਗ ਹੋ ਗਏ। ਡਰ ਦੇ ਮਾਰੇ ਪਹਾੜੀਆਂ ਨੇ ਸਾਰੀ ਰਾਤ ਲੱਕੜੀਆਂ ਬਾਲ ਕੇ ਕੱਟੀ। ਸਵੇਰ 3 ਵਜੇ ਕੀਰਤਨ ਸ਼ੁਰੂ ਹੋਇਆ, ਜਿਸ ਦੀ ਗੁੰਜਾਰ ਨਾਲ ਜੰਗਲ ਨੇ ਅਨੋਖਾ ਰੂਪ ਧਾਰ ਲਿਆ। ਸਵੇਰ 6 ਵਜੇ ਦੀਵਾਨ ਦੀ ਸਮਾਪਤੀ ਹੋਣ ਪਰ ਨਾਲ ਆਈ ਮਠਿਆਈ ਸਾਰਿਆਂ ਨੂੰ ਵਰਤਾਈ ਗਈ। ਇਸ ਸਮੇਂ ਦੇ ਜੰਗਲੀ ਦ੍ਰਿਸ਼ ਨੂੰ ਦੇਖ ਬਾਬਾ ਜੀ ਬੜੇ ਪ੍ਰਸੰਨ ਹੋਏ। ਫਰਮਾਇਆ, ਕੈਸਾ ਗਹਿਬਰ ਬਨ ਹੈ। 9 ਕੁ ਵਜੇ ਦੇਹਰਾਦੂਨ ਦੀ ਸੰਗਤ ਵੱਲੋਂ ਸਰਦਾਰ ਰਘਵੀਰ ਸਿੰਘ ਤੇ ਸਰਦਾਰ ਬਸੰਤ ਸਿੰਘ ਆਦਿ ਲੰਗਰ ਲੈ ਕੇ ਪੁੱਜੇ, ਜਿਨ੍ਹਾਂ ਦੇ ਪੁੱਛਣ ਤੇ ਦੱਸਿਆ ਕਿ ਉਹਨਾਂ ਨੇ ਅੰਮ੍ਰਿਤ ਵੇਲੇ ਕੀਰਤਨ ਦੀ ਗੁੰਜਾਰ ਸੁਣ ਕੇ ਹੀ ਥਾਂ ਦਾ ਅਨੁਮਾਨ ਲਗਾ ਲਿਆ ਤੇ ਲੰਗਰ ਦੀ ਤਿਆਰੀ ਆਰੰਭ ਕੀਤੀ ਸੀ। ਪ੍ਰਸ਼ਾਦ ਪਾਣੀ ਛਕ ਕੇ ਸੰਗਤਾਂ ਨੇ ਚਾਲੇ ਪਾਏ ਤੇ ਦਿਨ ਢਲੇ ਪਾਉਂਦੇ ਠਾਠ ਤੇ ਵਾਪਸ ਪੁੱਜ ਗਏ। ਨੰਦਾ ਚੌਂਕੀ ਤਾਂ ਅਸੀਂ ਗੋਰਖਿਆਂ ਤੋਂ ਇੱਕ ਚੁਬਾਰਾ ਕਿਰਾਏ ਤੇ ਲੈ ਕੇ ਰਹਿੰਦੇ ਸੀ, ਪਰ ਬਾਬਾ ਜੀ ਪਾਉਂਦੇ ਚਲੇ ਗਏ ਤਾਂ ਅਸੀਂ ਸੋਚਿਆ ਕਿ ਬਾਕੀ ਦੀਆਂ ਛੁੱਟੀਆਂ ਮਸੂਰੀ ਜਾ ਕੇ ਕੱਟ ਲਈਏ। ਪਰ ਪਤਨੀ ਜੀ ਨੇ ਕਰਨਾਲ ਤੋਂ ਇਹ ਅਰਦਾਸਾ ਕੀਤਾ ਹੋਇਆ ਸੀ ਕਿ ਮਹਾਰਾਜ ਆਪਣੇ ਚਰਨਾਂ ਵਿੱਚ ਰੱਖਣਾ। ਸਾਡੀ ਸਲਾਹ ਸੁਣ ਕੇ ਇਹਨਾਂ ਦਾ ਦਿਲ ਬੜਾ ਖਰਾਬ ਹੋਇਆ। ਉਸ ਦਿਨ ਪਾਉਂਦੇ ਸੰਗਤ ਵਿੱਚ ਬੈਠੇ ਅਰਦਾਸ ਕਰਨ ਤੇ ਸਾਨੂੰ ਹਾਜ਼ਰੀ ਲਿਆਉਣ ਦੀ ਸੇਵਾ ਮਿਲ ਗਈ। ਹਾਲੀ ਹੋਰ ਪ੍ਰਬੰਧ ਹੋ ਰਿਹਾ ਸੀ। ਫਿਰ ਲੰਗਰ ਦੀ ਸੇਵਾ ਵੀ ਬਖਸ਼ੀ ਗਈ। ਇਸ ਤਰ੍ਹਾਂ ਕੋਈ ਨਾ ਕੋਈ ਬਿਧ ਬਣਾ ਕੇ ਬਾਬਾ ਜੀ ਨੇ ਸੰਗੀ ਨੂੰ ਸਤਸੰਗ ਵਿੱਚ ਰੱਖ ਲੈਣਾ, ਨਹੀਂ ਤਾਂ ਸੇਵਾ ਲੈਣ ਵਾਲੇ ਤਾਂ ਕਈ ਉਡੀਕਦੇ ਰਹਿੰਦੇ ਸਨ। ਅਸੀਂ ਸਵੇਰੇ ਹਜ਼ਾਰੀ ਦਾ ਡੱਬਾ ਲੈ ਜਾਣਾ ਤੇ ਸ਼ਾਮ ਨੂੰ ਲੰਗਰ ਲੈ ਕੇ ਪੁੱਜਣਾ। ਰਾਹ ਕੱਚਾ ਹੋਣ ਕਰਕੇ ਬੜਾ ਉੱਚਾ ਨੀਵਾਂ ਸੀ। ਬਾਰਿਸ਼ ਤੇ ਗੱਡਿਆਂ ਦੀਆਂ ਲੀਹਾਂ ਨੇ ਹੋਰ ਵੀ ਖਰਾਬ ਕਰ ਦਿੱਤਾ। ਇੱਕ ਰਾਤ ਦਾ ਵੇਲਾ ਸੀ ਕਿ ਅਰਦਮਨ ਸਿੰਘ ਬਾਈਸਾਈਕਲ ਤੇ ਜਾ ਰਿਹਾ ਸੀ ਕਿ ਡਿੱਗਣ ਕਾਰਨ ਆਪਣੀ ਕਾਰ ਅੱਗੇ ਹੀ ਉਹ ਚੱਲਿਆ ਸੀ। ਕਾਰ ਦੀ ਬ੍ਰੇਕ ਮੁਸ਼ਕਲ ਨਾਲ ਲੱਗੀ। ਕੇਵਲ ਮੰਜੇ ਜਿਤਨਾ ਫਾਸਲਾ ਰਹਿ ਗਿਆ।
इवें बाबा जी ने हथ दे के रखिया। उदों भी इस तो तकड़ा वक्त सी जिस नूं सेवा लैके बाबा जी ने टाल दिता। इस तरह पैर पैर दे इस दा बचाव किया। 5 सितंबर तो लैके पूरा 1 महीना बाबा जी ने इस ठाड़ ते टिकाणा किया। इत्थे रहंदियां जो घटनावां होईयां उन्हां दा हाल होरनां भागां विच आ चुकिया है, ਜਿਹੜਾ कि हड बीतियां सरदार दातार सिंह जी, विहंगम भाई तरसेम सिंह, सरदार कुंदन सिंह ने किया है। दिल्ली नूं इलाही हुक्म अनुसार हुक्मनामा लै देहरादून तो 11 अक्तूबर की सवेर नूं दिल्ली वाल बाबा जी ने चाले पाए ते 10:30 वजे के करीब मोटर राही सवार हो शहर विचों कीर्तन करदे लंघदियां 2 वजे के नेड़े रुड़की पुजे। सरदार अवतार सिंह जी के नोट अनुसार जिथे पलटन के गुरुद्वारे विच सारी सिख संगत इकट्ठी हो गई सी, उन्हां प्रार्थना की कि एक रात रुड़की जरूर ठहर के संगत नूं निवाजा जावे। यह बेनती प्रवान करते हुए बाबा जी ने अपने सुभाव अनुसार नहर के कंढे ही विश्राम किया। यह थां रेल के पुल के पास खब्बे वाल सी। सवेरे संगत गुरुद्वारे विच हुम हुमा के इकट्ठी हुई। बाबा जी के मुखार बिंद तो बचन सुनन लई दर्शकां विचों पलटन दा एक अंग्रेज करनैल भी सी। कीर्तन की समाप्ति पिछों उसने कुछ मिनटां लई अपनी श्रद्धांजलि पेश करते हुए कहा कि जदों तो ये छाउनी सन 1893 विच पाई, इस फौजी गुरुद्वारे विच किसी प्रचारक जां उपदेशक नूं बोलण की आग्या नहीं सी दिती गई। यह पहला अवसर है कि आप जी का उपदेश इत्थे होया है ते बड़ी खुशी की गल है कि आप इत्थे पधारे हो। फिर भी जदों तुसी इधर पधारो तां सानू दर्शन दे के जरूर कितारत करो। यह सन भाव जो अंग्रेज करनैल ने अपनी टुटी फुटी पंजाबी विच प्रगट कीते। प्रशादा छकन पिछों अपने नाल दी संगत सहित बाबा जी दिल्ली वाल रवाना हो गए ते 3-4 वजे के लगभग दिल्ली पहुँच के बाबा जी शहर के बाहर अपने टिकाणे लई कोई जोग स्थान देखण लई गए। राह दे विच मलक तेजा सिंह जी चीफ इंजीनियर दे वल्लों बेनती स्वीकार करदे होए कुछ चिर उन्हां दी कोठी ठहरे ते रात नूं विश्राम करन लई जमुना पार उस हिस्से नूं पसंद किया जिहड़ा कि मैटकाफ हाउस के सामने है। अगले दिन सवेरे 13 अक्तूबर नूं मजनू दे टिल्ले दे गुरुद्वारा साहिब दे दर्शन कीते अते फिर उस पासे वाल पधारे जिथे वजीराबाद पंपिंग स्टेशन के कोल जमुना दरिया का पानी रोकण लई एक वड्डा कच्चा बन बनाया होया सी। दरिया का पानी तो केवल 50 कुछ गज विच सी पर डूंगा घट 4 तो 8 फुट तक सी। नेड़े ही बेड़ियां दी घाट सी जिन्हां विच कुछ रेलवे क्लीयरिंग अकाउंटेंट्स दे दफ्तर ते कुछ कॉलेज दीयां इमारतां सन। पंपिंग स्टेशन तो 2 कुछ मील सी। उत्थों तक बेड़ी चलाण की सेवा एक श्रद्धालु सज्जन सरदार गजिंदर सिंह नूं मिल गई। लाहौर कालेज विच पढ़न समय तो ही इन्हां नूं बेड़ी चलाउण दा बड़ा शौक सी। पंपिंग स्टेशन ते पुज इस स्थान नूं ठाठ लई बाबा जी ने पसंद किया। बन दे अपने रहन दे लई पूरब वाल थां चुनी ते दीवान स्थान जो बनाया गया वह पच्छम वाल खुलदा सी। सवेर दा कीर्तन बन ते हुंदा तां जो दोनों पासे सुनाई देवे। रिहाइश लई कुछ तंबू लग गए। सेवा दा ये सुभाग अवसर समझ के सरदार गजिंदर सिंह ते इन्हां दे मित्र सरदार शिवदेव सिंह ने अपनी आरजी रिहाइश लई 2 क्वार्टर तिमारपुर दे उन्हां सरकारी क्वार्टरां विचों लै लए जो कि इत्थों मील कू हेठां बने हुए सन। नाल 2 महीनिਆਂ ਦੀ छुट्टी भी लै लई। इन्हां लंगर आदि दी रसद क्वार्टरां विच लै जा के प्रशादा तैयार करना कराउणा। इस्माइल नामी मलाह दी मदद नाल ठाठ दे सामने ही एक पत्तन जिहा बना एक वड्डा बेड़ा
2 ਰੁਪਏ ਰੋਜ਼ ਕਿਰਾਏ 'ਤੇ ਲੈ ਸੰਗਤ ਨੂੰ ਆਰ-ਪਾਰ ਲਿਆਉਣ ਦਾ ਬੇੜਾ ਚੁੱਕ ਲਿਆ। ਜਦ ਸੰਗਤ ਬਹੁਤ ਹੁੰਦੀ ਤਾਂ ਬੇੜਾ ਵਰਤਦੇ, ਨਹੀਂ ਤਾਂ ਇੱਕ ਛੋਟੀ ਜਿਹੀ ਬੇੜੀ ਵਿੱਚ ਹੀ ਪਾਰ ਲਗਾਉਂਦੇ ਰਹਿੰਦੇ। ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਡਿਊਟੀ 'ਤੇ ਹੀ ਡਟੇ ਰਹਿਣਾ। ਇੱਥੇ ਹੀ 24 ਨੂੰ ਪਿੰਡ ਉਸਮਾ, ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਸਰਦਾਰ ਆਪਣੀ ਲੜਕੀ ਨਾਲ ਕਈ ਥਾਵਾਂ ਤੋਂ ਪਾਉਂਦਾ ਹੋਇਆ ਬਾਬਾ ਜੀ ਦੇ ਦਰਸ਼ਨਾਂ ਨੂੰ ਹਾਜ਼ਰ ਹੋਇਆ। ਇਸ ਲੜਕੀ ਵਿੱਚ ਕੁਝ ਵਿਲੱਖਣਤਾ ਸੀ। ਇਸ ਦੇ ਮਾਤਾ-ਪਿਤਾ ਤਾਂ ਪਹਿਲਾਂ ਨਾਸਤਕ ਸਨ, ਪਰ ਛੋਟੀ ਉਮਰ ਵਿੱਚ ਹੀ ਇਹ ਕਾਕੀ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਕਰਨ ਲੱਗੀ। ਕਿਹਾ ਜਾਂਦਾ ਹੈ ਕਿ ਨਾਮ ਜਪਦੀ ਸੀ ਤੇ ਹਰ ਰੋਜ਼ ਪਾਠ ਤੋਂ ਅੱਡਰਾ ਪਹਿਲੀ ਪੌੜੀ ਦੀ ਮਾਲਾ ਵੀ ਫੇਰਦੀ ਸੀ। ਇਸ ਨੂੰ ਆਤਮਕ ਪ੍ਰੇਰਨਾ ਹੋਈ ਸੀ ਕਿ ਉਹ ਕਿਸੇ ਮਹਾਂਪੁਰਖ ਦੀ ਅਗਵਾਈ ਲਵੇ ਅਤੇ ਅੱਗੋਂ ਪੁੱਛ ਕਰਨ ਤੇ ਉੱਤਰ ਮਿਲਿਆ ਕਿ ਕਲੇਰਾਂ ਵਾਲੇ ਬਾਬੇ ਜੀ ਪਾਸ ਜਾਵੇ। ਸੋ ਪਹਿਲਾਂ ਲੜਕੀ ਦਾ ਪਿਤਾ ਉਸ ਨੂੰ ਕਲੇਰਾਂ ਲੈ ਗਿਆ ਤੇ ਉੱਥੋਂ ਪਤਾ ਲੱਗਣ ਤੇ ਉਹ ਦੇਹਰਾਦੂਨ ਲੈ ਗਿਆ। ਪਰ ਦੇਹਰਾਦੂਨ ਤੋਂ ਬਾਬਾ ਜੀ ਦੇ ਦਿੱਲੀ ਆ ਜਾਣ ਕਾਰਨ ਉਸਨੂੰ ਦਿੱਲੀ ਆਉਣਾ ਪਿਆ। 28 ਨੂੰ ਧੌਲਪੁਰ ਰਿਆਸਤ ਦੇ ਰਾਜਗੁਰੂ ਹੋਰ ਬਹੁਤ ਸਾਰੇ ਸਾਧੂਆਂ ਦੇ ਨਾਲ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਤੇ ਉਹ ਬਹੁਤ ਚਿਰ ਬਚਨ ਬਿਲਾਸ ਹੁੰਦੇ ਰਹੇ। ਪਰ ਇਹ ਜ਼ਰੂਰੀ ਨਹੀਂ ਸੀ ਕਿ ਸਭ ਵੱਡੇ ਪੁਰਖਾਂ ਜਾਂ ਅਮੀਰਾਂ ਨਾਲ ਕੋਈ ਵਿਸ਼ੇਸ਼ ਵਰਤਾਓ ਹੁੰਦਾ। ਕਈ ਵਾਰੀ ਅਮੀਰ 2-2 ਘੰਟੇ ਖੜੇ ਰਹਿੰਦੇ ਸਨ, ਪਰ ਮਾਮੂਲੀ ਆਦਮੀ ਨੂੰ ਬਾਬਾ ਜੀ ਬੁਲਾ ਲੈਂਦੇ। ਕਈ ਵਾਰੀ ਇੱਕ ਪਾਨ ਵਾੜੀਆਂ 2 ਪੱਤੇ ਪਾਨਾਂ ਦੇ ਅੰਦਰ ਲੈ ਗਿਆ। ਇਸ ਦੇ ਤੁਫੈਲ ਹੀ ਉਸ ਨੂੰ ਦਰਸ਼ਨ ਹੋ ਗਏ। ਨਿਰੰਕਾਰ ਦਾ ਐਸਾ ਹੀ ਹੁਕਮ ਸੀ। 3 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬੜੇ ਧੂਮ-ਧਾਮ ਦੇ ਨਾਲ ਇੱਥੇ ਹੀ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਡੇ ਸੰਗੀ ਸ਼ਾਮਲ ਹੋਏ। ਲੇਖਕ ਵੀ ਪਰਿਵਾਰ ਸਹਿਤ ਕਰਨਾਲ ਤੋਂ ਹਾਜ਼ਰ ਹੋਇਆ। ਮਾਸਟਰ ਮਦਨ ਲਾਲ ਵਪਾਰੀ, ਇੱਕ ਅਦਭੁਤ ਘਟਨਾ ਜਿਸ ਦਾ ਜ਼ਿਕਰ ਸਰਦਾਰ ਬਿਸ਼ਨ ਸਿੰਘ ਦੀ ਹੱਡਬੀਤੀ ਵਿੱਚ ਆਇਆ ਹੈ, ਇਸ ਠਾਠ ਤੇ ਇਸ ਅਵਸਰ ਨਾਲ ਸੰਬੰਧਤ ਮਾਲੂਮ ਹੁੰਦੀ ਹੈ। ਇਸੇ ਪੂਰਨਮਾਸ਼ੀ ਤੇ ਨਾਨਕਸਰ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਬਹੁਤ ਸਾਰੇ ਸੰਗੀ ਰਲ ਕੇ ਬਾਬਾ ਜੀ ਨੂੰ ਵਾਪਸ ਲਿਆਉਣ ਲਈ ਪੁੱਜੇ। ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਸ਼ਹਿਰ ਨਹੀਂ ਜਾਣਾ। ਇਸ ਤਰ੍ਹਾਂ ਦਿੱਲੀ ਦੇਖਣ ਦਾ ਚਾਅ ਉਹਨਾਂ ਦੇ ਦਿਲ ਵਿੱਚ ਹੀ ਰਹਿਣ ਲੱਗਾ, ਜੋ ਕਿਸੇ ਹੋਰ ਢੰਗ ਨਾਲ ਪੂਰਾ ਕੀਤਾ ਗਿਆ। ਇੱਕ ਸੰਗੀ ਨੇ ਦੱਸਿਆ ਕਿ ਅਸੀਂ ਜਦ ਜਮਨਾ ਵਿਚਕਾਰ ਲੰਘਦੇ ਹਾਂ ਤਾਂ ਸ਼ਾਇਦ ਹੁਕਮ ਅਨੁਸਾਰ 3 ਚੁਲੀਆਂ ਜਮਨਾ ਦੇ ਜਲ ਦੀਆਂ ਲੈਂਦੇ ਤਾਂ ਸਾਨੂੰ ਇਉਂ ਲੱਗਦਾ ਜਿਵੇਂ ਭਵਜਲ ਤੋਂ ਪਾਰ ਹੋ ਗਏ ਹਾਂ। 6 ਨਵੰਬਰ ਨੂੰ ਬਾਬਾ ਜੀ ਨੂੰ ਆਸਣ ਚੁੱਕਣ ਦਾ ਫੁਰਨਾ ਹੋ ਗਿਆ। ਹਰੇਕ ਥਾਂ ਦੀ ਸੰਗਤ ਆਪਣੇ ਪਾਸੇ ਵੱਲ ਦਰਸ਼ਨ ਦੇਣ ਦੀ ਖਿੱਚ ਕਰਨ ਲੱਗੀ, ਜਿਸ ਤੇ ਬਾਬਾ ਜੀ ਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪਰਚੀਆਂ ਪਾਈਆਂ ਗਈਆਂ। ਪਰਚੀ ਨਾਨਕਸਰ ਜਗਰਾਓਂ ਦੀ ਨਿਕਲੀ, ਸੋ 10 ਵਜੇ ਹੀ ਚੱਲਣ ਦੀ ਤਿਆਰੀ ਆਰੰਭ ਕਰ ਦਿੱਤੀ। ਇੰਨੇ ਚਿਰ ਵਿੱਚ ਰਿਆਸਤ ਧੌਲਪੁਰ ਦਾ ਮੁੱਖ ਮੰਤਰੀ ਦਰਸ਼ਨਾਂ ਨੂੰ ਆ ਗਿਆ ਤੇ ਲਗਭਗ 1.5 ਘੰਟਾ ਬਾਬਾ ਜੀ ਨਾਲ ਬਚਨ ਕਰਦਾ ਰਿਹਾ। ਜਿਵੇਂ ਕਿ ਅੱਗੇ ਆਇਆ ਹੈ ਕਿ ਇਸ ਥਾਂ ਤੇ ਇਸਮਾਇਲ ਮੱਲ੍ਹਾ ਨੇ ਬੜੀ ਸੇਵਾ ਕੀਤੀ। ਜਦੋਂ ਕਿਸੇ ਨੇ ਆਵਾਜ਼ ਮਾਰੀ ਤਾਂ ਉਸਨੇ ਮੁਫਤ ਬੇੜੀ ਚਲਾਈ। ਟੁਰਨ ਸਮੇਂ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਬਾਬਾ ਜੀ ਨੇ ਸਿਰੋਪਾ ਪੇਸ਼ ਕਰਾਇਆ, ਪਰ ਇਸਨੇ ਨਾ ਲਿਆ, ਸ਼ਾਇਦ ਕਿਸੇ ਸੰਗੀ ਦੇ ਇਸ਼ਾਰੇ ਤੇ। ਤਾਂ ਬਾਬਾ ਜੀ ਨੇ ਫਰਮਾਇਆ, ਭਾਈ ਤੂੰ ਸਾਡੇ ਸੰਗੀਆਂ ਦਾ ਬੇੜਾ ਪਾਰ ਕਰਦਾ ਰਿਹਾ ਹੈ, ਅਸੀਂ ਤਾਂ ਤੇਰੇ ਸਾਰੇ ਪਰਿਵਾਰ ਦਾ ਬੇੜਾ ਪਾਰ ਕੀਤਾ। ਦੁਪਹਿਰ ਪਿੱਛੋਂ ਮੋਟਰ ਸਵਾਰ ਹੋ ਕੇ ਬਾਬਾ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਤਰ੍ਹਾਂ ਕਲੇਰਾਂ ਦੀ ਸੰਗਤ ਨੂੰ ਸ਼ਹਿਰ ਦੇਖਣ ਦਾ ਵੀ ਅਵਸਰ ਮਿਲ ਗਿਆ। ਗੁਰਦੁਆਰਾ ਸਾਹਿਬ ਕੀਰਤਨ ਕਰਾਇਆ ਤੇ ਬਾਣੀ ਵੀ ਕੀਤੀ। ਉਪਰੰਤ ਇਤਿਹਾਸਿਕ ਗੁਰਦੁਆਰਾ ਨਾਨਕ ਪਿਆਓ ਵਿੱਚ 1 ਘੰਟਾ ਲਈ ਸੰਗਤ ਨੂੰ ਨਿਹਾਲ ਕੀਤਾ ਅਤੇ ਫਿਰ ਪੰਜਾਬ ਵੱਲ ਚਾਲੇ ਪਾ ਦਿੱਤੇ। ਪੂਰਨਮਾਸ਼ੀ ਤੇ ਅਸੀਂ ਬੇਨਤੀ ਕੀਤੀ ਸੀ ਕਿ ਕਰਨਾਲ ਰਾਹ ਵਿੱਚ ਹੀ ਪੈਂਦਾ ਹੈ, ਉੱਥੇ ਜ਼ਰੂਰ ਚਰਨ ਪਾ ਕੇ ਜਾਣਾ,
ਪਰ ਸਾਡੇ ਅਨੁਮਾਨ ਨਾਲੋਂ ਪਹਿਲਾਂ ਹੀ ਬਾਬਾ ਜੀ ਪੁੱਜ ਗਏ। ਸਭ ਨੂੰ ਚਾਅ ਚੜ੍ਹ ਗਿਆ। ਉਸ ਦਿਨ ਪਤਾ ਆਉਣ ਤੋਂ ਪਹਿਲਾਂ ਹੀ ਬੀਬੀ ਜੀ ਨੇ ਸਾਧਾਰਨ ਤੌਰ ਸਾਗ ਵੀ ਚਾੜਿਆ। ਸਾਗ ਛਕਣਾ ਬਾਬਾ ਜੀ ਨੂੰ ਬੜਾ ਪਸੰਦ ਸੀ। ਚਾੜਨ ਪਿੱਛੋਂ ਝੱਟ ਉਹਨਾਂ ਦਾ ਖਿਆਲ ਆ ਗਿਆ। ਸਾਗ ਹਾਲੀ ਰਿਝਦਾ ਪਿਆ ਸੀ ਕਿ ਡਰਾਈਵਰ ਬਖਸ਼ੀ ਸਿੰਘ ਨੇ ਆ ਕੇ ਦੱਸਿਆ ਕਿ ਬਾਬਾ ਜੀ ਪਧਾਰ ਰਹੇ ਹਨ। ਅਸੀਂ ਉਹਨਾਂ ਦੀ ਸਵਾਗਤ ਲਈ ਤਿਆਰ ਹੋ ਰਹੇ ਸਾਂ ਕਿ ਬਾਬਾ ਜੀ ਦੀ ਕਾਰ ਕੋਠੀ ਦੇ ਬਾਹਰ ਆ ਪੁੱਜੀ। ਸ਼ਾਮ ਪੈ ਰਹੀ ਸੀ। ਸੰਗਤ ਨੂੰ ਤਾਂ ਕੋਠੀ ਵਿੱਚ ਹੀ ਟਿਕਣ ਦੀ ਆਗਿਆ ਦੇ ਦਿੱਤੀ ਤੇ ਹਜੂਰ ਨੇ ਆਪਣਾ ਟਿਕਾਣਾ ਸ਼ਹਿਰੋਂ 2 ਕੁ ਮੀਲ ਬਾਹਰ ਨਹਿਰ ਦੇ ਨੇੜੇ ਕਰਨਾ ਪਸੰਦ ਕੀਤਾ। ਹਾਲਾ ਸਾਗ ਕੋਟਿਆ ਵੀ ਨਹੀਂ ਸੀ ਗਿਆ ਕਿ ਇੱਕ ਮੁਖੀ ਸੰਗੀ ਰਾਹੀਂ ਝਟਪਟ ਪ੍ਰਸ਼ਾਦਾ ਮੰਗਾ ਲਿਆ ਤੇ ਉਵੇਂ ਹੀ ਉਹ ਸਾਗ ਛਕ ਕੇ ਇਸ ਤਰ੍ਹਾਂ ਮਨੋਕਾਮਨਾ ਪੂਰੀ ਕੀਤੀ। ਸਵੇਰ ਦਾ ਕੀਰਤਨ ਬਾਹਰ ਅਸਮਾਨੀ ਸਾਹਿਬਾਨ ਹੇਠਾਂ ਹੀ ਹੋਇਆ ਤੇ ਉਹਨੇ ਦਿਨੀ ਸੁਭਾਗ ਨਾਲ ਕਰਨਾਲ ਜ਼ਿਲ੍ਹੇ ਦੇ ਉੱਚ ਅਧਿਕਾਰੀ ਸਾਰੇ ਸਿੱਖ ਹੀ ਸਨ। ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ, ਕਪਤਾਨ ਪੁਲਿਸ ਸਰਦਾਰ ਵਰਿਆਮ ਸਿੰਘ, ਸਿਵਲ ਸਰਜਨ ਡਾਕਟਰ ਗੁਰਸ਼ਰਨ ਸਿੰਘ ਸਨ। ਸਰਦਾਰ ਕਪੂਰ ਸਿੰਘ ਤਾਂ ਦੌਰੇ ਤੇ ਸਨ ਤੇ ਬਾਕੀ 2 ਸੱਜਣ ਕੀਰਤਨ ਵਿੱਚ ਹਾਜ਼ਰ ਹੋਏ। ਪਰ ਡਾਕਟਰ ਜੀ ਨੇ ਅੰਤਰ ਜਮਾਤਾਂ ਬਾਬਤ ਇੱਕ ਪ੍ਰਸ਼ਨ ਕੋਝੇ ਢੰਗ ਨਾਲ ਪੁੱਛ ਮਾਰਿਆ, ਜਿਸ ਤੋਂ ਜੋ ਕਟਾਖ ਬਾਬਾ ਜੀ ਨੇ ਕੀਤਾ ਉਸ ਦਾ ਜ਼ਿਕਰ ਹੋਰ ਥਾਂ ਆ ਚੁੱਕਿਆ ਹੈ। ਸਮਾਪਤੀ ਪਿੱਛੇ ਝੱਟ ਹੀ ਬਾਬਾ ਜੀ ਨੇ ਜਦ ਤਿਆਰੀ ਕਰ ਲਈ ਤਾਂ ਰਾਹ ਵਿੱਚ ਖਲੋਤੀ ਸਪੁੱਤਨੀ ਨੇ ਬੇਨਤੀ ਕੀਤੀ, ਪਾਤਸ਼ਾਹ ਮੇਰਾ ਤਾਂ ਚਾਅ ਵੀ ਨਹੀਂ ਲੱਥਾ ਤੇ ਤੁਸੀਂ ਟੁਰ ਵੀ ਪਏ। ਬਾਬਾ ਜੀ ਵਾਹਿਗੁਰੂ ਫੇਰ ਸਮਾਂ ਦੇਊਗਾ। ਠਹਿਰਦੇ ਕੀ, ਉਹਦੇ ਯਾਰ ਦੇਖੇ ਸਨ ਕਿੱਦਾਂ ਦੇ ਸੀ। ਕਰਨਾਲ ਤੋਂ ਚੱਲ ਕੇ ਬਾਬਾ ਜੀ ਨਾਨਕਸਰ ਠਾਠ ਤੇ ਹੀ ਆ ਬਿਰਾਜੇ। ਬਾਬਾ ਜੀ ਦੇ ਚੁੱਪ ਚਪੀਤੇ ਪ੍ਰਚਾਰ ਤੇ ਸਤਸੰਗ ਦੀ ਅਸਰ ਭਾਵੇਂ ਇਲਾਕੇ ਦੀ ਆਮ ਜਨਤਾ ਤੇ ਕਾਫੀ ਸੀ, ਤਾਂ ਵੀ ਕਦੇ ਕਦਾਈ ਅਸੂਰੀ ਸ਼ਕਤੀਆਂ ਆਪਣਾ ਸਿਰ ਚੁੱਕਣ ਤੋਂ ਨਹੀਂ ਟਲਦੀਆਂ। ਜ਼ਿਲ੍ਹਾ ਫਿਰੋਜ਼ਪੁਰ ਦੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ, ਜਿਵੇਂ ਕਿ ਅੱਗੇ ਟੁੱਕ ਮਾਤਰ ਦੱਸਿਆ ਗਿਆ ਹੈ, ਜਾਨ ਮਾਲ ਦਾ ਅਪਰਾਧ ਬਹੁਤ ਹੁੰਦਾ ਸੀ ਤੇ ਪੁਲਿਸ ਦੇ ਸਿਆਣੇ ਅਫਸਰ ਇਸ ਨੂੰ ਦਬਾਉਣ ਤੇ ਲੱਗੇ ਹੀ ਰਹਿੰਦੇ ਸਨ, ਤਾਂ ਵੀ ਕੋਈ ਨਾ ਕੋਈ ਸੰਗੀਨ ਵਾਰਦਾਤ ਹੋ ਜਾਂਦੀ। ਇਸ ਤਰ੍ਹਾਂ ਦੀ ਇੱਕ ਗੰਭੀਰ ਘਟਨਾ ਕਲੇਰਾ ਨਗਰ ਵਿੱਚ ਹੋ ਗਈ। ਸ਼ੁਰੂ ਦਸੰਬਰ ਵਿੱਚ ਇਹ ਸੀ ਸਰਦਾਰ ਰਾਮ ਸਿੰਘ ਔਲਖ ਦੇ ਪੁੱਤਾਂ ਦੇ ਘਰ ਡਾਕ ਪੈਣਾ। ਇਸ ਦਾ ਵਿਸਥਾਰ ਪੂਰਵਕ ਹਾਲ ਸਰਦਾਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਨੇ ਦੱਸਿਆ, ਕਿਉਂਕਿ ਉਹਨੀ ਦਿਨੀ ਉਹ ਮੋਗੇ DSP ਲੱਗੇ ਹੋਏ ਸਨ ਤੇ ਬਾਬਾ ਜੀ ਦੇ ਇਸ਼ਾਰੇ ਤੇ ਇਹਨਾਂ ਵਿਸ਼ੇਸ਼ ਭਾਗ ਡਾਕੂਆਂ ਨੂੰ ਨਾਸ ਕਰਨ ਵਿੱਚ ਲਿਆ। ਨੁਕਸਾਨ 5-6 ਹਜ਼ਾਰ ਰੁਪਏ ਦਾ ਹੋਇਆ ਸੀ। ਪੁਲਿਸ ਤੇ ਡਾਕੂਆਂ ਵਿਚਕਾਰ 3 ਘੰਟੇ ਗੋਲੀ ਚੱਲਦੀ ਰਹੀ। ਡਾਕੂਆਂ ਵਿੱਚੋਂ 5 ਤਾਂ ਮਾਰੇ ਗਏ ਤੇ ਇੱਕ ਲੁਕਿਆ ਹੋਇਆ ਜਿਉਂਦਾ ਪਕੜਿਆ ਗਿਆ। ਮਰਿਆਂ ਵਿੱਚ ਇੱਕ ਤਾਂ ਕਲੇਰਾ ਦਾ ਹੀ ਸੀ। ਇਸ ਡਾਕੇ ਦੇ ਸਬੰਧ ਵਿੱਚ ਹੋਰ ਹਾਲ ਉਚਿਤ ਥਾਂ ਲਈ ਰੱਖਦੇ ਹੋਏ ਇੱਥੇ ਇਤਨਾ ਹੀ ਕਾਫੀ ਹੈ ਕਿ ਬਾਬਾ ਜੀ ਨੇ ਇਸ ਘਟਨਾ ਨੂੰ ਬੜਾ ਮਹਿਸੂਸ ਕਰਦਿਆਂ ਦੀਵਾਨ ਵਿੱਚੋਂ ਉੱਠਣ ਸਮੇਂ ਬਹਾਦਰੀ ਵੱਲ ਜਾਂਦਿਆਂ ਸਰਦਾਰ ਸਾਹਿਬ ਨੂੰ ਇਉਂ ਫਰਮਾਇਆ, ਭਾਈ ਸੰਤਾਨ ਨੇ ਸਾਡੇ ਜੂੜੇ ਨੂੰ ਹੱਥ ਪਾਇਆ ਹੈ। ਸਾਨੂੰ ਲੋਕ ਕਲੇਰਾਂ ਵਾਲੇ ਕਹਿੰਦੇ ਹਨ ਤੇ ਕਲੇਰਾਂ ਹੀ ਡਾਕਾ ਪਿਆ ਹੈ। ਅੱਛਾ, ਕੋਈ ਨਹੀਂ ਵੇਖੇ ਗੁਰੂ ਨਾਨਕ ਕੀ ਕਰਦਾ ਹੈ। ਬਾਬਾ ਜੀ ਦੇ ਹੁਕਮ ਅਨੁਸਾਰ ਸਾਰੇ ਸੰਗੀ ਔਖੀ ਘੜੀ ਨਾ ਦੇਖਣ ਦੇ ਸ਼ਬਦ ਦਾ ਪਾਠ ਘਰਾਂ ਵਿੱਚ ਜ਼ੁਬਾਨੀ ਕਰਦੇ ਰਿਹਾ ਕਰਨ। ਸਿੱਟਾ ਇਹ ਹੋਇਆ ਕਿ ਇਲਾਕੇ ਵਿੱਚ ਠੰਡ ਪੈ ਗਈ। ਫਿਰ ਕੋਈ ਐਸੀ ਵਾਰਦਾਤ ਨਾ ਹੋਈ। ਸੰਨ 1942 ਚੜ੍ਹ ਚੁੱਕਿਆ ਸੀ। ਫਰਵਰੀ ਦੀ ਪੂਰਨਮਾਸ਼ੀ ਦੇ ਪਿੱਛੇ ਕਿਸੇ ਨਵੇਂ ਪਹਾੜੀ ਪਾਸੇ ਵੱਲੋਂ ਖਿੱਚਾਂ ਪੈਣ ਲੱਗ ਪਈਆਂ। ਚੋਜੀ ਬਾਬਾ ਜੀ ਨੇ ਫਰਮਾਇਆ, ਕੋਈ ਪਹਾੜੀ ਪਾਸਾ ਜਾ ਕੇ ਦੇਖ ਆਓ, ਜਿਸ ਪਰ ਸਰਦਾਰ ਸੰਪੂਰਨ ਸਿੰਘ ਤੇ ਸਰਦਾਰ ਜਸਵੰਤ ਸਿੰਘ ਮੰਡੀ ਕੁੱਲੂ ਦੇ ਰਾਹ ਮਨਾਲੀ ਤੱਕ ਗਏ। ਨਗਰੋਟੇ ਵੀ ਹੋ ਆਏ, ਪਰ ਇਹਨਾਂ ਨੂੰ ਤਾਂ ਨਗਰੋਟਾ ਹੀ ਪਸੰਦ ਆਇਆ। ਜਦ ਹੌਲੀ ਦੀ ਪੂਰਨਮਾਸ਼ੀ ਸ਼ੁਰੂ ਮਾਰਚ ਤੇ ਅਸੀਂ ਇਕੱਠੇ ਹੋਏ
ਤਾਂ ਦੂਜੀ ਵੇਰੀ ਫਿਰ ਸਰਦਾਰ ਸਪੂਰਨ ਸਿੰਘ ਕਵੀ ਜੀ, ਸਰਦਾਰ ਸੰਤਾ ਸਿੰਘ ਜੈਲਦਾਰ ਤੇ ਸਰਦਾਰ ਜੋਰਾਵਰ ਸਿੰਘ ਭਦੌੜੀਏ ਰਈਸ ਨੂੰ ਉਧਰ ਘੱਲਿਆ, ਇਹ ਸਮਝਾ ਕੇ ਕਿ ਜਿਹੜੀ ਥਾਂ ਹੁਣ ਪਸੰਦ ਆਵੇ ਉੱਥੇ ਹੀ ਖਲੋ ਕੇ ਸੁਖਮ ਅਰਦਾਸਾਂ ਕਰ ਦੇਣਾ, ਸਾਡੇ ਪੁੱਜ ਜਾਵੇਗਾ। ਇਹ ਵੀ ਕਿਹਾ ਕਿ ਮੰਡੀ ਤੋਂ ਸ੍ਰੀ ਕਲਗੀਧਰ ਜੀ ਦਾ ਰਬਾਬ ਵੀ ਦੇਖ ਕੇ ਆਉਣਾ। ਇਸ ਪਾਰਟੀ ਨੇ ਵੀ ਨਗਰੋਟੇ ਵਾਲੇ ਪਾਸੇ ਨੂੰ ਹੀ ਪਸੰਦ ਕਰ ਅਰਦਾਸਾ ਸੋਧ ਦਿੱਤਾ। ਇਹ ਤਾਂ ਚੋਜੀ ਬਾਬਾ ਜੀ ਨੇ ਇਹਨਾਂ ਨੂੰ ਚੱਕਰ ਕਟਾਉਂਦੇ ਸਨ, ਨਹੀਂ ਤਾਂ ਪ੍ਰੋਗਰਾਮ ਤਾਂ ਉਹਨਾਂ ਦਾ ਧੁਰੋਂ ਹੀ ਬਣਿਆ ਹੁੰਦਾ, ਕਿਉਂਕਿ ਬਾਬਾ ਜੀ ਅਨੁਸਾਰ ਨਗਰੋਟੇ ਵੱਲ ਵੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸਨ। ਇਸ ਚੋਣ ਦੇ ਨਾਲ ਅੰਗ ਵੀ ਸੰਬੰਧਿਤ ਸੀ। ਨਗਰੋਟੇ ਤੋਂ ਕੋਈ 6 ਕੁ ਮੀਲ ਦੀ ਵਿੱਥ ਤੇ ਪਾਲਮਪੁਰ ਜਾਣ ਵਾਲੀ ਕੱਚੀ ਸੜਕ ਤੇ ਪਹਾੜੀ ਦੀ ਕੰਢੀ ਪਰ ਮਹਾਰਾਜ ਸਾਹਿਬ ਪਟਿਆਲਾ ਦਾ ਲਗਭਗ 15 ਏਕੜ ਜ਼ਮੀਨ ਵਿੱਚ ਇੱਕ ਨਿੱਜੀ ਪ੍ਰਾਈਵੇਟ ਚਾਹ ਦਾ ਬਾਗ ਪਟਿਆਲਾ ਦੀ estate head of ਗੋਪਾਲਪੁਰ ਸੀ, ਜਿਸ ਨੂੰ BA LLB ਦੀ ਨਿਗਰਾਨੀ ਹੇਠ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।